ਹਾਈ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਪੰਜਾਬ ਐਗਜ਼ਾਮਸ YouTube ਚੈਨਲ ਤੇ ਸੋ ਅੱਜ ਦੀ ਇਸ ਵੀਡੀਓ ਦੇ ਰਾਹੀਂ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਜੀ ਪੰਜਾਬ ਦੀ ਇੱਕ ਨਵੀਂ ਰਿਕਰੂਟਮੈਂਟ ਨੋਟੀਫਿਕੇਸ਼ਨ ਜਿਹੜੀ ਕਿ ਪੰਜਾਬ ਖੰਡ ਮਿਲ ਯਾਨੀ ਕਿ ਪੰਜਾਬ ਦੇ ਵਿੱਚ ਆਪਣੀ ਸ਼ੂਗਰ ਫੈਡ ਦੇ ਹੈੱਡਕੁਆਟਰਸ ਜੋ ਨੇ ਕੋਆਪਰੇਟਿਵ ਸ਼ੂਗਰ ਮਿਲਸ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਲਈ ਜੋ ਨੋਟੀਫਿਕੇਸ਼ਨ ਆਇਆ ਹੈ ਸੋ ਇਹਦੇ ਵਿੱਚ ਟੈਕਨੀਕਲ ਤੇ ਨਾਨ ਟੈਕਨੀਕਲ ਪੋਸਟਾਂ ਦੋਨਾਂ ਦੇ ਵਾਸਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਤੇ ਇਸ ਵੀਡੀਓ ਦੇ ਰਾਹੀਂ ਮੈਂ ਤੁਹਾਨੂੰ ਦੱਸੂਗੀ ਕਿ ਕੀ ਕੁਆਲੀਫਿਕੇਸ਼ਨਸ ਰੱਖੀਆਂ ਗਈਆਂ ਨੇ ਸਿਲੈਕਸ਼ਨ ਪ੍ਰੋਸੀਜਰ ਕੀ ਹੋਊਗਾ ਕੌਣ ਅਪਲਾਈ ਕਰ ਸਕਦਾ ਹੈ ਤੇ ਹੋਰ ਜੋ ਇਹਦੇ ਨਾਲ ਰਿਲੇਟਡ ਜਾਣਕਾਰੀ ਹੋਊਗੀ ਤੇ ਟੋਟਲ ਇਹ 166 ਅਸਾਮੀਆਂ ਦੇ ਵਾਸਤੇ ਨੋਟਿਸ ਕੱਢਿਆ ਗਿਆ ਹੈ ਤੇ ਸਾਰੀ ਜਾਣਕਾਰੀ ਜੋ ਹੈ ਇਸ ਵੀਡੀਓ ਦੇ ਵਿੱਚ ਦਿੱਤੀ ਗਈ ਹੈ ਸੋ ਵੀਡੀਓ ਦੇ ਨਾਲ ਐਂਡ ਤੱਕ ਜ਼ਰੂਰ ਬਣੇ ਰਹੋ ਤੇ ਫਸਟ ਟਾਈਮ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਜੀ ਸਟਾਰਟ ਕਰਦੇ ਹਾਂ ਆਪਾਂ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਨਾਲ ਤਾਂ ਪੰਜਾਬ ਸਟੇਟ ਫੈਡਰੇਸ਼ਨ ਆਫ ਕੋਆਪਰੇਟਿਵ ਸ਼ੂਗਰ ਮਿਲਸ ਲਿਮਿਟਡ ਵੱਲੋਂ ਇਹ ਨੋਟਿਸ ਜਾਰੀ ਕੀਤਾ ਗਿਆ ਤਾਂ ਸਟਾਰਟਿੰਗ ਡੇਟ ਹੈ ਜੀ ਆਨਲਾਈਨ ਸਬਮਿਸ਼ਨ ਆਫ ਐਪਲੀਕੇਸ਼ਨਸ ਦੀ 4 ਜੂਨ 2025 ਤੇ ਤੁਸੀਂ 26 ਜੂਨ 2025 ਤੱਕ ਇਹਦੇ ਵਾਸਤੇ ਅਪਲਾਈ ਕਰ ਸਕਦੇ ਹੋ ਫੀਸ ਜੋ ਹੈ ਜੀ ਉਹ ਤੁਸੀਂ 30 ਜੂਨ ਤੱਕ ਡਿਪੋਜ਼ਿਟ ਇਹਦੇ ਲਈ ਕਰ ਸਕਦੇ ਹੋ ਠੀਕ ਹੈ ਸੋ ਨੈਕਸਟ ਇਹਦੇ ਵਾਸਤੇ ਜੀ ਆਨਲਾਈਨ ਐਪਲੀਕੇਸ਼ਨਸ ਮੰਗੀਆਂ ਗਈਆਂ ਨੇ ਫॉर ਫਿਲਿੰਗ ਅਪ 166 ਪੋਸਟਸ ਆਫ ਵੇਰੀਅਸ ਗਰੁੱਪ A ਗਰੁੱਪ B ਐਂਡ ਗਰੁੱਪ C ਟੈਕਨੀਕਲ ਤੇ ਜਨਰਲ ਪੋਸਟਾਂ ਵਾਸਤੇ ਜੋ ਹੈ ਇਹਦੇ ਵਿੱਚ ਨੋਟਿਸ ਆਇਆ ਹੈ ਤੇ ਕੈਂਡੀਡੇਟਸ ਜੋ ਨੇ ਜੀ ਜਿਹੜੇ ਅਪਲਾਈ ਕਰਨਾ ਚਾਹੁੰਦੇ ਨੇ ਸ਼ੂਗਰਫੈਡ ਦੀ ਵੈਬਸਾਈਟ sugarfed.pbrect.in ਤੇ ਜਾ ਕੇ ਅਪਲਾਈ ਕਰ ਸਕਦੇ ਨੇ ਤੇ ਇਹਦੇ ਨਾਲ ਹੀ ਅਗਰ ਤੁਹਾਨੂੰ ਕੋਈ ਵੀ ਇਹਦੇ ਵਿੱਚ ਪ੍ਰੋਬਲਮ ਆਉਂਦੀ ਹੈ ਵਾਈਲ ਫਿਲਿੰਗ ਆਨਲਾਈਨ ਫਾਰਮ ਤਾਂ ਤੁਸੀਂ ਇਹਨਾਂ ਨੂੰ ਮੇਲ ਕਰਕੇ ਵੀ ਆਪਣੀ ਕੁਐਰੀ ਰਿਜ਼ੋਲਵ ਕਰ ਸਕਦੇ ਹੋ ਐਂਡ ਅਗਰ ਤੁਸੀਂ ਫਾਰਮ ਜੋ ਹੈ ਨਹੀਂ ਫਿਲ ਕਰ ਸਕਦੇ ਆਪ ਤਾਂ ਤੁਸੀਂ ਸਾਡੇ ਨਾਲ ਵੀ ਕੰਟੈਕਟ ਕਰ ਸਕਦੇ ਹੋ ਸੋ ਲੈਟਸ ਸਟਾਰਟ ਵਿਦ ਦਾ ਕੈਟੇਗਰੀ ਐਂਡ ਗਰੁੱਪ ਫਸਟ ਹੈ ਜੀ ਜਨਰਲ ਮੈਨੇਜਰ ਦੀ ਤਾਂ ਇਹ ਹੈੱਡਕੁਆਟਰ ਐਟ ਮੋਹਾਲੀ ਹੈ ਇਹਨਾਂ ਦਾ ਜਿਹੜਾ ਮੋਹਾਲੀ ਦੇ ਵਿੱਚ ਹੈੱਡਕੁਆਟਰ ਹੈ ਉੱਥੋਂ ਦੀਆਂ ਪੋਸਟਿੰਗ ਨੇ ਜਿਹੜੀਆਂ ਮੈਂ ਹੁਣ ਦੱਸੂਗੀ ਤੁਹਾਨੂੰ ਪਾਰਟ ਏ ਤੇ ਪਾਰਟ ਏ ਦੇ ਵਿੱਚ ਜੋ ਹੈ ਸਭ ਤੋਂ ਪਹਿਲੀ ਪੋਸਟ ਆਉਂਦੀ ਹੈ ਜੀ ਜਨਰਲ ਮੈਨੇਜਰ ਦੀ ਹੈੱਡਕੁਆਟਰਸ ਗਰੁੱਪ ਏ ਇੱਕ ਪੋਸਟ ਹੈ ਇਹਦੀ ਏਜ ਲਿਮਿਟ ਹੈ 18 to 37 ਤੇ ਮਿਨੀਮਮ ਪੇ ਐਡਮਿਸਿਬਲ ਹੈ 78,800 ਲੈਵਲ ਇਹਦਾ 12 ਹੈ ठीक है जी सो ये वास्ते इन्होंने जो क्वालिफिकेशन मंगी है दैट शुड बी बैचलर्स डिग्री इन इंजीनियरिंग मैकेनिकल या इलैक्ट्रिकल और इलैक्ट्रॉनिक्स और एग्रीकल्चरल और केमिकल या फिर बैचलर्स डिग्री इन टेक्नोलॉजी या डिग्री इन साइंस विद पोस्ट ग्रेजुएट डिप्लोमा इन शुगर टेक्नोलॉजी फ्रॉम द नेशनल शुगर इंस्टीट्यूट कानपुर और द डेक्कन शुगर इंस्टीट्यूट पुणे ठीक है जी या GNDU तो सो ये वास्ते इन्होंने मेनली ये वाली जो है क्वालिफिकेशन मंगी है या फिर थोड़े को BSc एग्रीकल्चर दे ये भी हो सकती है या मास्टर डिग्री इन बिजनेस है मैनेजमेंट भी हो सकती है फाइनैंस के अगर थोड़ी स्पैशलाइजेशन है या फिर CA और ICWA और MCOM विद 10 years ऑफ एक्सपीरियंस इन शुगर इंडस्ट्री ਸ਼ੂਗਰ ਫੈਕਟਰੀ ਐਜ਼ ਡਿਪਾਰਟਮੈਂਟਲ ਹੈੱਡ ਠੀਕ ਹੈ ਜੀ ਸੋ ਇਹਦੇ ਬਾਰੇ ਇਹ ਸਾਰਾ ਦੱਸਿਆ ਹੋਇਆ ਮੈਂ ਬਹੁਤ ਜ਼ਿਆਦਾ ਡਿਟੇਲ 'ਚ ਨਹੀਂ ਜਾਊਂਗੀ ਤੁਹਾਨੂੰ ਇੱਕ ਆਈਡੀਆ ਜੋ ਹੋ ਜਾਊਗਾ ਤੁਸੀਂ ਆਪਣੀਆਂ ਜੋ ਹੈ ਨੋਟਿਸ ਦੇ ਵਿੱਚ ਬਾਅਦ 'ਚ ਡਿਟੇਲ 'ਚ ਰੀਡ ਕਰ ਸਕਦੇ ਹੋ ਸਿਰਫ ਕੁਆਲੀਫਿਕੇਸ਼ਨਸ ਬਾਕੀ ਮੈਂ ਤੁਹਾਡੇ ਨਾਲ ਡਿਸਕਸ ਕਰੂੰਗੀ ਸਾਰਾ ਦੈਨ ਉਸ ਤੋਂ ਬਾਅਦ ਸੈਕਿੰਡ ਪੋਸਟ ਹੈ ਜੀ ਚੀਫ ਇੰਜੀਨੀਅਰ ਦੀ ਗਰੁੱਪ A ਦੀ ਪੋਸਟ ਹੈ ਵੀ ਤੇ ਇਹਦੇ ਵਾਸਤੇ ਇੱਕ ਪੋਸਟ ਹੈ ਜਨਰਲ ਦੀ ਡਿਗਰੀ ਇਨ ਮਕੈਨੀਕਲ ਔਰ ਇਲੈਕਟ੍ਰੀਕਲ ਔਰ ਇਲੈਕਟ੍ਰੋਨਿਕ ਇੰਜੀਨੀਅਰਿੰਗ ਵਿਦ 10 years of experience in sugar factory of which not less than 3 years experience as deputy chief engineer ਉਸ ਤੋਂ ਬਾਅਦ ਇਹ ਜੀ ਮੈਨੇਜਰ IT ਗਰੁੱਪ A ਦੀ ਪੋਸਟ ਹੈ ਇੱਕ ਪੋਸਟ ਹੈ ਵੀ BE BTech in ਇਨਫੋਰਮੇਸ਼ਨ ਟੈਕਨੋਲੋਜੀ ਜਾਂ ECE ਦੇ ਵਿੱਚ ਤੁਸੀਂ ਕੀਤੀ ਹੋਵੇ ਕੰਪਿਊਟਰ ਸਾਇੰਸ ਡਿਗਰੀ ਹੋਣੀ ਚਾਹੀਦੀ ਜਾਂ ਫਿਰ MBA ਡਿਗਰੀ ਕੀਤੀ ਹੋਵੇ ਜਾਂ ਇਹਦੇ ਨਾਲ ਕੋਈ ਮਿਲਦੀ ਜੁਲਦੀ ਡਿਗਰੀ ਜੋ ਹੈ ਜੀ ਤੁਸੀਂ ਕੀਤੀ ਹੋਣੀ ਚਾਹੀਦੀ ਹੈ ਮਾਸਟਰਸ ਡਿਗਰੀ ਤੁਹਾਡੀ ਕੰਪਿਊਟਰ ਐਪਲੀਕੇਸ਼ਨਸ ਦੇ ਵਿੱਚ ਹੋਊਗੀ ਉਹ ਵੀ ਚੱਲ ਜੂਗੀ ਤੇ ਐਕਸਪੀਰੀਅੰਸ ਵੀ ਕਿਤੇ ਮੰਗਿਆ ਹੋਇਆ ਸੋ ਉਹ ਵੀ ਤੁਸੀਂ ਬਾਅਦ ਦੇ ਵਿੱਚ ਆਪਣੀ ਪੋਸਟ ਦੇ ਅਕੋਰਡਿੰਗ ਦੇਖ ਸਕਦੇ ਹੋ ਉਸ ਤੋਂ ਬਾਅਦ ਹੈ ਜੀ ਅਸਿਸਟੈਂਟ ਅਕਾਊਂਟਸ ਆਫਿਸਰ ਗਰੁੱਪ B ਦੀ ਪੋਸਟ ਹੈ ਇਹਦੇ ਵਾਸਤੇ ਐਟਲੀਸਟ ਤੁਹਾਡੇ ਕੋਲ CA ਇੰਟਰਮੀਡੀਏਟ ਹੋਣਾ ਚਾਹੀਦਾ ਜਾਂ BCom ਹੋਣੀ ਚਾਹੀਦੀ ਹੈ ਵਿਦ 5 years ਐਕਸਪੀਰੀਅੰਸ ਉਸ ਤੋਂ ਬਾਅਦ ਹੈ ਜੀ IT ਅਸਿਸਟੈਂਟ 4 ਪੋਸਟਾਂ ਨੇ ਇਹਦੀਆਂ 18 ਤੋਂ 37 ਸਾਲ ਇਹਦੀ ਏਜ ਲਿਮਿਟ ਵੈਸੇ ਸੇਮ ਹੀ ਹੋਊਗੀ ਸਭ ਦੀ 35,400 ਇਹਦੀ ਜੋ ਹੈ ਬੇਸਿਕ ਪੇ ਰੱਖੀ ਗਈ ਹੈ ਬੇਸਿਕ ਜਾਂ ਨਹੀਂ ਕਹਿ ਸਕਦੇ ਮਤਲਬ ਇੱਦਾਂ ਨੇ ਇੰਨੀ ਪੇ ਦੀ ਰੱਖੀ ਹੋਈ ਹੈ BE BTech IT ਜਾਂ CS ਦੇ ਵਿੱਚ ਇਨ ਫਸਟ ਡਿਵੀਜ਼ਨ ਵਿਦ ਐਟਲੀਸਟ 1 year ਐਕਸਪੀਰੀਅੰਸ ਇਨ IT ਸੈਕਟਰ ਜਾਂ MSc IT MC ਇਨ ਫਸਟ ਡਿਵੀਜ਼ਨ ਵਿਦ ਐਟਲੀਸਟ 1 year ਐਕਸਪੀਰੀਅੰਸ ਉਸ ਤੋਂ ਬਾਅਦ ਤੇ ਜੀ ਸਟੈਨੋਗ੍ਰਾਫਰ ਦੀ ਇੱਕ ਪੋਸਟ ਹੈ 35,400 ਲੈਵਲ 6 no person shall be given direct appointment ਸੀਨੀਅਰ ਸਕੇਲ ਸਟੈਨੋਗ੍ਰਾਫਰ ਜੋ ਹੈ ਉਹਦੀ ਪੋਸਟ ਵਾਸਤੇ ਕਿਹਨੂੰ ਕੰਸੀਡਰ ਕੀਤਾ ਜਾਊਗਾ ਜਿਸ ਬੱਚੇ ਕੋਲ
ਬੈਚਲਰਸ ਡਿਗਰੀ ਹੋਊਗੀ ਇੱਕ ਰੈਕੋਗਨਾਈਜ਼ਡ ਯੂਨੀਵਰਸਿਟੀ ਔਰ ਇੰਸਟੀਟਿਊਸ਼ਨ ਤੋਂ, ਤੇ ਸਟੈਨੋਗ੍ਰਾਫੀ ਦੇ ਟੈਸਟ ਦੇ ਵਿੱਚ ਕੁਆਲੀਫਾਈ ਕਰਦੇ ਹੋਣਗੇ ਇਨ 4 ਪੈਰਾਸ, 2 ਇਨ ਪੰਜਾਬੀ ਐਂਡ 2 ਇਨ ਇੰਗਲਿਸ਼ ਲੈਂਗੁਏਜ ਕੰਟੇਨਿੰਗ 250 ਵਰਡਸ ਈਚ ਐਜ਼ ਫੋਲੋਜ਼। ਸੋ ਅੱਗੇ ਆ ਪੈਰਾ ਦੱਸਿਆ ਹੋਇਆ ਕਿ ਕਿਵੇਂ ਕਿਵੇਂ ਹੋਊਗਾ, ਠੀਕ ਹੈ, ਤੇ ਇਹਦੀ ਕਿਵੇਂ ਜੋ ਹੈ ਸਿਲੈਕਸ਼ਨ ਕੀਤੀ ਜਾਊਗੀ। ਉਸ ਤੋਂ ਬਾਅਦ ਸੀਨੀਅਰ ਅਸਿਸਟੈਂਟ ਦੀ ਇੱਕ ਪੋਸਟ ਹੈ, ਇਹਦੇ ਲਈ ਵੀ ਜੀ ਸੇਮ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ। ਕੰਪੀਟੀਟਿਵ ਟੈਸਟ ਇਹਦਾ ਹੋਊਗਾ, ਇਹਨਾਂ ਨੇ ਜਿਹੜਾ ਲੈਣਾ ਉਹਦੇ ਵਿੱਚ ਤੁਹਾਨੂੰ ਕੁਆਲੀਫਾਈ ਕਰਨਾ ਜ਼ਰੂਰੀ ਹੈ, ਅਤੇ 120 ਆਵਰਸ ਦਾ ਜਿਹੜਾ ਕੰਪਿਊਟਰ ਦਾ ਸਰਟੀਫਿਕੇਟ ਹੁੰਦਾ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ। ਆਫਿਸ ਪ੍ਰੈਕਟਿਸਿਸ ਦਾ ਹੁੰਦਾ ਇਹ। ਉਸ ਤੋਂ ਬਾਅਦ ਜੀ ਕਲਰਕ ਦੀ ਪੋਸਟ ਹੈ, 2 ਪੋਸਟਾਂ ਨੇ, ਤਾਂ ਇਹਦੇ ਵਾਸਤੇ ਮਿਨੀਮਮ ਐਜੂਕੇਸ਼ਨ ਔਰ ਅਦਰ ਕੁਆਲੀਫਿਕੇਸ਼ਨ ਫॉर ਡਾਇਰੈਕਟ ਅਪਾਇੰਟਮੈਂਟ ਆਫ ਕਲਰਕ ਇਜ਼ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ, ਅਤੇ 120 ਆਵਰਸ ਦਾ ਕੋਰਸ ਹੋਣਾ ਚਾਹੀਦਾ ਵਿਦ ਹੈਂਡਸ ਔਨ ਐਕਸਪੀਰੀਅੰਸ ਇਨ ਯੂਜ਼ ਆਫ ਪਰਸਨਲ ਕੰਪਿਊਟਰ ਔਰ ਇਨਫੋਰਮੇਸ਼ਨ ਟੈਕਨੋਲੋਜੀ। ਸੋ ਇਹਦੀ ਸਿੰਪਲ ਹੀ ਹੈ ਕਾਫੀ। ਐਂਡ ਉਸ ਤੋਂ ਬਾਅਦ ਇੱਕ ਟਾਈਪਿੰਗ ਟੈਸਟ ਵੀ ਹੋਊਗਾ ਇਹਦੇ ਵਾਸਤੇ। ਅਤੇ ਨੈਕਸਟ ਉਸ ਤੋਂ ਬਾਅਦ ਡਰਾਈਵਰ ਦੀਆਂ 2 ਪੋਸਟਾਂ ਨੇ, ਇਹਦੇ ਵਾਸਤੇ ਮੈਟ੍ਰਿਕ ਹੋਣੀ ਚਾਹੀਦੀ ਹੈ, ਨੌਲੇਜ ਆਫ ਪੰਜਾਬੀ, ਡਰਾਈਵਿੰਗ ਲਾਇਸੈਂਸ ਫॉर ਕਾਰਸ, ਐਕਸਪੀਰੀਅੰਸ ਆਫ ਡਰਾਈਵਿੰਗ ਕਾਰ ਫॉर ਅ ਮਿਨੀਮਮ ਪੀਰੀਅਡ ਆਫ 4 ਈਅਰਸ। ਸੋ ਟੋਟਲ ਇੱਥੇ 14 ਪੋਸਟਾਂ ਨੇ। ਨੈਕਸਟ ਆਪਾਂ ਚੱਲਦੇ ਹਾਂ ਜੀ ਕਾਮਨ ਕੈਡਰ ਵੱਲ। ਜਿੰਨੀਆਂ ਵੀ ਪੰਜਾਬ ਦੇ ਵਿੱਚ ਕੋਆਪਰੇਟਿਵ ਸ਼ੂਗਰ ਮਿਲਸ ਨੇ ਉਹਨਾਂ ਦੀਆਂ ਕਾਮਨ ਪੋਸਟਾਂ ਇਹਨਾਂ ਨੇ ਦੱਸੀਆਂ ਹੋਈਆਂ ਨੇ। ਸੋ ਇਹਦੇ ਲਈ ਡਿਪਟੀ ਚੀਫ ਇੰਜੀਨੀਅਰ ਦੀ ਪੋਸਟ ਹੈ, ਐਂਡ ਡਿਪਟੀ ਚੀਫ ਕੈਮਿਸਟ ਦੀ, ਇੱਕ ਕੈਮਿਸਟ ਵਾਲੇ, ਕਿਉਂਕਿ ਮੈਂ ਇੰਜੀਨੀਅਰ ਦੀ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਕੁਆਲੀਫਿਕੇਸ਼ਨ, ਸੋ ਮੈਂ ਤੁਹਾਡੇ ਨਾਲ ਕੈਮਿਸਟ ਦੀ ਹੀ ਸਾਂਝੀ ਕਰ ਰਹੀ ਹਾਂ। MSc ਵਿਦ ਪੋਸਟ ਗ੍ਰੈਜੂਏਟ ਡਿਪਲੋਮਾ ਔਰ ਇਕੁਇਵਲੈਂਟ ਇਨ ਸ਼ੂਗਰ ਟੈਕਨੋਲੋਜੀ ਫਰੋਮ ਅ ਰੈਕੋਗਨਾਈਜ਼ਡ ਯੂਨੀਵਰਸਿਟੀ, ਜਾਂ ਫਿਰ ਤੁਹਾਡੇ ਕੋਲ ਕੈਮੀਕਲ ਇੰਜੀਨੀਅਰਿੰਗ ਦੇ ਵਿੱਚ BTech ਜਾਂ ਬੈਚਲਰਸ ਹੋਣੀ ਚਾਹੀਦੀ ਹੈ। 5 ਇਅਰਸ ਦਾ ਵਰਕ ਐਕਸਪੀਰੀਅੰਸ ਵੀ ਹੋਣਾ ਚਾਹੀਦਾ। ਫਿਰ ਉਸ ਤੋਂ ਬਾਅਦ ਡਿਪਟੀ ਕੇਨ ਡਿਵੈਲਪਮੈਂਟ ਆਫਿਸਰ, ਇਹਦੇ ਵਾਸਤੇ ਵੀ MSc ਔਰ BSc ਐਗਰੀਕਲਚਰ ਹੋਣੀ ਚਾਹੀਦੀ ਹੈ, 5 ਸਾਲਾਂ ਦਾ ਐਕਸਪੀਰੀਅੰਸ ਹੋਣਾ ਚਾਹੀਦਾ। डिप्टी चीफ अकाउंट्स ऑफिसर ये वास्ते चार्टर्ड अकाउंटेंट और कॉस्ट अकाउंटेंट और MBA इन फाइनांस और MCOM तो 5 ईयर्स वर्क एक्सपीरियंस होना चाहिए। असिस्टेंट इंजीनियर मकैनिकल ओबवियसली ये थोड़े को मकैनिकल इंजीनियरिंग की डिग्री मंगणगे, तो असिस्टेंट इंजीनियर मकैनिकल विल बी ऑन ट्रेनिंग फॉर अ पीरियड ऑफ 1 ईयर। उस तो बाद जी असिस्टेंट इंजीनियर इलैक्ट्रिकल 7 पोस्टां ने एदियां, बैचलर ऑफ इंजीनियरिंग और इक्विवेलेंट इन इलैक्ट्रिकल इलैक्ट्रॉनिक्स, तो ये ही ये भी जो ट्रेनिंग पीरियड आ वो 1 साल का होगा। इंस्ट्रूमेंट इंजीनियर के वास्ते 6 पोस्टां ने, बैचलर ऑफ इंजीनियरिंग और इक्विवेलेंट इन इंस्ट्रूमेंटेशन और इलैक्ट्रॉनिक्स, ये वास्ते भी 1 ईयर अगलियां जिन्नियां भी ये इंजीनियरिंग वाली पोस्टां ने इन्होंने वास्ते 1 साल का जो है ट्रेनिंग पीरियड होगा। उस तो बाद मैन्युफैक्चरिंग कैमिस्ट एंड लैब इंचार्ज BSc होनी चाहिए विद पोस्ट ग्रेजुएट डिप्लोमा और इक्विवेलेंट इन शुगर टेक्नोलॉजी, या फिर बैचलर डिग्री और इक्विवेलेंट इन कैमिकल इंजीनियरिंग। मैन्युफैक्चरिंग कैमिस्ट कम लैब इंचार्ज विल बी ऑन ट्रेनिंग फॉर पीरियड ऑफ 1 ईयर। उस तो बाद जी असिस्टेंट केन डिवेलपमेंट ऑफिसर दी पोस्टां ने 9, MSc और BSc एग्रीकल्चर और इक्विवेलेंट। असिस्टेंट केन डिवेलपमेंट ऑफिसर कम टेक्नीशियन विल बी ऑन अ ट्रेनिंग पीरियड ऑफ 1 ईयर। उस तो बाद अकाउंट्स ऑफिसर एंड असिस्टेंट अकाउंट्स ऑफिसर केन तो ये अलग अलग ने 12 पोस्टां ने। MCOM या BCOM होनी चाहिए है। ये वाली पोस्ट जो है देखो ये इन्होंने काफ़ी ईजी रखी हुई है, तो ये वास्ते बट अगर आप देखिए तो ये जनरल दियाँ 5 पोस्टां ए वाली ने, EVS दी EWS वाली 1 पोस्ट है। सो टोटल 6 ने, तो अदरवाइज ओवरऑल टोटल देखिए तो 12 ने। सो 50% पोस्ट जो ने ये जनरल में जाएगियाँ। उस तो बाद जी लेबर वैलफेयर ऑफिसर 7 पोस्टां ने, ये जनरल दियाँ 4 ने, बैचलर डिग्री होनी चाहिए है तुहाडे कोले विद पोस्ट ग्रेजुएट डिप्लोमा इन परसोनल मैनेजमेंट एंड लेबर वैलफेयर, या फिर इंडस्ट्रियल रिलेशनस नाल, या फिर सोशल साइंस और डिग्री ऑफ मास्टर ऑफ MBA विद ह्यूमन रिसोर्स मैनेजमेंट, तो 3 साल का एक्सपीरियंस भी होना चाहिए। पंजाबी अप टू मैट्रिक स्टैंडर्ड शैल भी कंपलसरी। सो ये टोटल 108 पोस्टां सीगियां। उस तो बाद है जी पार्ट C, डिटेल ऑफ वेकेंट पोस्ट इन नॉन कॉमन केडर फॉर कोऑपरेटिव शुगर मिल्स इन द स्टेट ऑफ पंजाब। सो ये नॉन कॉमन केडर है, तो ये देखो तुसी अगे देखोगे कि अजनाला जो है कोऑपरेटिव शुगर मिल्स ने, ये पोस्टां उन्हां दियां ने। ये इंस्पैक्टर दी है, इलैक्ट्रीशियन दी है, सिक्योरिटी इंस्पैक्टर दी है, ड्राइवर दी है, फिटर दी है, तो सारिਆਂ ਦਾ ਜਿਹੜਾ पे स्केल आ दैट इज सेम 19,900। सिर्फ इंस्पैक्टर वाली ਨੂੰ ਛੱਡ ਕੇ ਉਹਦਾ 25,500 ਆ। ਤੇ ਇਹਨਾਂ ਦੇ ਵਾਸਤੇ ਐਕਸਪੀਰੀਅੰਸ ਜੋ ਹੈ ਜੀ ਉਹ ਡਰਾਈਵਰ ਤੇ ਫਿਟਰ ਵਾਲੀ ਪੋਸਟ ਦੇ ਵਿੱਚ ਮੰਗਿਆ ਗਿਆ, ਇਲੈਕਟ੍ਰੀਸ਼ੀਅਨ ਦੇ ਲਈ ਵੀ ਮੰਗਿਆ ਗਿਆ। ਤੇ ਵੈਸੇ ਵੀ ਇਹਦੇ ਵਿੱਚ ਤਾਂ ਬੈਨੀਫਿਟ ਇਹੀ ਹੈ ਕਿ ਅਗਰ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਵਾ ਦੈਨ ਯੂ ਵਿਲ ਬੀ ਗਿਵਨ ਪ੍ਰੈਫਰੈਂਸ, ਠੀਕ ਹੈ, ਵਾਈਲ ਸਿਲੈਕਸ਼ਨ। ਬੁੱਢੇਵਾਲ ਕੋਆਪਰੇਟਿਵ ਸ਼ੂਗਰ ਮਿਲਸ, ਤਾਂ ਇੱਥੇ ਇੰਸਪੈਕਟਰ, ਇਲੈਕਟ੍ਰੀਸ਼ੀਅਨ, ਸਿਕਿਉਰਿਟੀ ਇੰਸਪੈਕਟਰ, ਤਾਂ ਇਹਦੀਆਂ ਵੀ ਤੁਸੀਂ
ਦੇਖ ਸਕਦੇ ਹੋ ਕੀ ਰੱਖੀਆਂ ਗਈਆਂ ਨੇ ਕੁਆਲੀਫਿਕੇਸ਼ਨਸ। BSc ਐਗਰੀਕਲਚਰ, ITE ਇਨ ਇਲੈਕਟ੍ਰੋਨਿਕਸ, NX ਸਰਵਿਸਮੈਨ, ਨੋਨ ਕਮਿਸ਼ਨਡ, ਇਹ ਸਿਕਿਉਰਿਟੀ ਇੰਸਪੈਕਟਰ ਸਿਰਫ ਉਹਦੇ ਵਾਸਤੇ। ਉਸ ਤੋਂ ਬਾਅਦ ਬਟਾਲਾ ਦੇ ਵਿੱਚ ਵੀ ਇੱਦਾਂ ਹੀ ਨੇ, ਇੰਸਪੈਕਟਰ ਇਲੈਕਟ੍ਰੀਸ਼ੀਅਨ, ਸਿਕਿਉਰਿਟੀ ਇੰਸਪੈਕਟਰ, ਫਿਟਰ, ਵੈਲਡਰ, ਟਰਨਰ। ਠੀਕ ਹੈ ਜੀ, ਇਹ ITI ਵਾਲਿਆਂ ਵਾਸਤੇ ਕਾਫੀ ਅੱਛੀਆਂ ਪੋਸਟ ਨੇ। ਉਸ ਤੋਂ ਬਾਅਦ ਭੋਗਪੁਰ ਵਾਲੀ ਸ਼ੂਗਰ ਮਿਲ ਦੇ ਵਿੱਚ ਵੀ ਇੱਦਾਂ ਹੀ ਸਾਰੀਆਂ ਪੋਸਟਾਂ ਨੇ। ਐਂਡ ਉਸ ਤੋਂ ਬਾਅਦ ਫਾਜ਼ਿਲਕਾ ਦੇ ਵਿੱਚ ਇੰਸਪੈਕਟਰ ਇਲੈਕਟ੍ਰੀਸ਼ੀਅਨ, ਸਿਕਿਉਰਿਟੀ ਇੰਸਪੈਕਟਰ, ਡਰਾਈਵਰ, ਫਿਟਰ। ਗੁਰਦਾਸਪੁਰ ਦੇ ਵਿੱਚ ਵੀ ਸੇਮ ਹੀ ਨੇ ਆਲਮੋਸਟ। ਕੇਨ ਕਲਰਕ ਇੱਕ ਇਹਦੇ ਵਿੱਚ ਹੈਗੀ ਹੈ, ਜਿਹਦੇ ਲਈ ਗ੍ਰੈਜੂਏਟ ਇਨ ਕਾਮਰਸ ਟਰਾਈ ਕਰ ਸਕਦੇ ਨੇ। ਜਨਰਲ ਦੀ ਇੱਕ ਪੋਸਟ ਹੈ। ਉਸ ਤੋਂ ਬਾਅਦ ਮੋਰਿੰਡਾ ਵਾਲੀਆਂ ਕੋਆਪਰੇਟਿਵ ਸ਼ੂਗਰ ਮਿਲਸ ਦੇ ਵਿੱਚ ਵੀ ਇੰਸਪੈਕਟਰ ਇਲੈਕਟ੍ਰੀਸ਼ੀਅਨ, ਸਿਕਿਉਰਿਟੀ ਇੰਸਪੈਕਟਰ। ਨਕੋਦਰ ਦੇ ਵਿੱਚ ਵੀ ਇੰਸਪੈਕਟਰ ਇਲੈਕਟ੍ਰੀਸ਼ੀਅਨ, ਸਿਕਿਉਰਿਟੀ ਇੰਸਪੈਕਟਰ, ਅਕਾਊਂਟਸ ਕਲਰਕ, ਵੈਲਡਰ। ਦੈਨ ਨਵਾਂ ਸ਼ਹਿਰ ਦੀਆਂ ਸੋ ਟੋਟਲ ਇਹਦੇ ਵਿੱਚ 44 ਪੋਸਟਾਂ ਨੇ। ਸੋ ਹੁਣ ਮੈਂ ਤੁਹਾਡੇ ਨਾਲ ਨੈਕਸਟ ਜਾਣਕਾਰੀ ਸਾਂਝੀ ਕਰਦੀ ਹਾਂ ਵੀ ਇਹਦੇ ਵਿੱਚ ਇੱਕ ਦੋ ਚੀਜ਼ਾਂ ਨਾ ਮੈਨੂੰ ਇਸ ਨੋਟੀਫਿਕੇਸ਼ਨ ਦੀਆਂ ਬਹੁਤ ਅੱਛੀਆਂ ਲੱਗੀਆਂ, ਮੈਂ ਤੁਹਾਡੇ ਨਾਲ ਅੱਗੇ ਜਾ ਕੇ ਡਿਸਕਸ ਕਰਦੀ ਹਾਂ। ਹੁਣ ਇਹ ਪੁਆਇੰਟ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਹੀ ਦੱਸਿਆ ਸੀਗਾ ਵੀ ਜਿਹੜੀਆਂ ਤਾਂ ਪਾਰਟ A ਦੇ ਵਿੱਚ ਪੋਸਟਾਂ ਸੀਗੀਆਂ ਉਹਨਾਂ ਦੀ ਜਿਹੜੀ ਰਿਕਰੂਟਮੈਂਟ ਹੈ ਜਾਂ ਉਹਨਾਂ ਦੀ ਜਿਹੜੀ ਪੋਸਟਿੰਗ ਹੈ ਉਹ ਹੈੱਡਕੁਆਟਰਸ ਦੇ ਵਿੱਚ ਹੀ ਹੋਊਗੀ, ਮੋਹਾਲੀ ਦੇ ਵਿੱਚ। ਜਦੋਂ ਕਿ ਜਿਹੜੀ ਪਾਰਟ B ਵਾਲੇ ਸੀ ਉਹਨਾਂ ਨੂੰ ਕਿਤੇ ਵੀ ਰੱਖਿਆ ਜਾ ਸਕਦਾ। ਪਾਰਟ C ਵਾਲੇ ਸੀਗੇ ਉਹਨਾਂ ਨੂੰ ਰਿਸਪੈਕਟਿਵਲੀ ਜਿਹੜੀ ਸ਼ੂਗਰ ਮਿਲ ਦੀ ਰਿਕੁਆਇਰਮੈਂਟ ਆ ਉੱਥੇ ਹੀ ਰੱਖਿਆ ਜਾਊਗਾ। ਹੁਣ ਇਹਦੇ ਵਿੱਚ ਸਭ ਤੋਂ ਇੰਟਰਸਟਿੰਗ ਪੁਆਇੰਟ ਮੈਨੂੰ ਕੀ ਲੱਗਿਆ, ਜੋ ਮੈਂ ਵੈਸੇ ਕਦੀ ਨਹੀਂ ਦੇਖਿਆ, ਕਿ ਉਹ ਵਾਲੇ ਐਪਲੀਕੈਂਟ ਕਿ ਜਿਨ੍ਹਾਂ ਨੇ ਜਾਂ ਤਾਂ ਦਹੇਜ ਦਿੱਤਾ ਹੋਇਆ ਜਾਂ ਦਹੇਜ ਲਿਆ ਹੋਇਆ ਉਹਨਾਂ ਵਾਸਤੇ ਪੋਸਟਾਂ ਨਹੀਂ ਹੈਗੀਆਂ, ਨਾ ਹੀ ਉਹਨਾਂ ਨੂੰ ਇਹਨਾਂ ਪੋਸਟਾਂ ਵਾਸਤੇ ਕੰਸੀਡਰ ਕੀਤਾ ਜਾਊਗਾ। ਸੋ ਹੁਣ ਉਹਦੇ ਵਾਸਤੇ ਵੀ ਇੱਕ ਕੰਡੀਸ਼ਨ ਆ ਗਈ ਹੈ ਕਿ ਅਗਰ ਕੋਈ ਮੈਰਿਡ ਕੈਂਡੀਡੇਟ ਅਪਲਾਈ ਕਰਦਾ ਤਾਂ ਉਹਦੇ ਲਈ ਜ਼ਰੂਰੀ ਹੋਊਗਾ ਵੀ ਉਹ ਇੱਕ ਐਫੀਡੇਵਿਟ ਸਬਮਿਟ ਕਰੇ ਜਿਹਦੇ ਵਿੱਚ ਉਹ ਇਹ ਚੀਜ਼ ਨੂੰ ਐਕਸੈਪਟ ਕਰੂਗਾ ਵੀ ਉਹਨੇ ਜੋ ਹੈ ਡੋਰੀ ਨਾ ਤਾਂ ਦਿੱਤੀ ਹੈ ਨਾ ਹੀ ਲਈ ਹੈ। ਸੋ ਉਹਦੇ ਵਾਸਤੇ 15 ਦਿਨ ਹੋਣਗੇ ਤੁਹਾਨੂੰ ਇਹਦੇ ਲਈ ਸਬਮਿਟ ਕਰਨ ਦੇ ਲਈ ਪ੍ਰੂਫ। ਸੋ ਇਹ ਇੱਕ ਮੈਨੂੰ ਬਹੁਤ ਅੱਛੀ ਪਹਿਲ ਲੱਗੀ, ਵਧੀਆ ਚੀਜ਼ ਹੈ। ਮੈਂ ਕਦੇ ਵੀ ਇਹ ਕਿਸੇ ਨੋਟੀਫਿਕੇਸ਼ਨ ਦੇ ਵਿੱਚ ਨਹੀਂ ਦੇਖੀ, ਸੋ ਇੱਕ ਵਧੀਆ ਚੀਜ਼ ਲੱਗੀ ਮੈਨੂੰ। ਨੈਕਸਟ ਹੈ ਜੀ ਪੇ ਪੈਟਰਨ। ਇਹਦਾ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕੀ ਹਾਂ। ਗ੍ਰੈਚੁਟੀ ਇਹਦੇ ਵਿੱਚ ਦਿੱਤੀ ਜਾਊਗੀ ਐਂਡ ਪ੍ਰੋਵੀਡੈਂਟ ਫੰਡ ਵੀ ਐਜ਼ ਪਰ ਪ੍ਰੋਵੀਡੈਂਟ ਫੰਡ ਐਕਟ। ਏਜ ਲਿਮਿਟ ਵੀ ਮੈਂ ਤੁਹਾਨੂੰ ਨਾਲ ਸ਼ੇਅਰ ਕਰਤੀ ਸੀ ਇਹਦੀ ਕੀ ਹੋਊਗੀ, ਐਂਡ ਕੁਆਲੀਫਿਕੇਸ਼ਨ ਵੀ ਮੈਂ ਤੁਹਾਨੂੰ ਦੱਸਦੀ ਸੀ। ਹਾਂ, ਇਹਦੇ ਵਿੱਚ ਇੱਕ ਚੀਜ਼ ਹੋਰ ਅੱਛੀ ਹੈ ਕਿ ਹੁਣ ਕਈ ਬੱਚੇ ਆ ਵੀ ਜਿਨ੍ਹਾਂ ਨੇ ਪੰਜਾਬੀ 10ਵੀਂ ਪੱਧਰ ਦੀ ਨਹੀਂ ਪਾਸ ਕੀਤੀ ਹੋਈ, ਇਹਦੇ ਵਾਸਤੇ ਜ਼ਰੂਰੀ ਹੈ ਬਟ ਇਹਦੇ ਲਈ ਤੁਹਾਨੂੰ ਆਪਸ਼ਨ ਦਿੱਤੀ ਜਾਊਗੀ ਕਿ ਤੁਸੀਂ ਬਾਅਦ ਦੇ ਵਿੱਚ ਵੀ ਕਰ ਸਕਦੇ ਹੋ। ਬਟ ਮੈਂ ਤੁਹਾਨੂੰ ਇਹੀ ਸਲਾਹ ਦਊਂਗੀ ਕਿ ਹੁਣ ਜਿਹੜਾ ਜੁਲਾਈ ਦੇ ਵਿੱਚ ਪੇਪਰ ਹੋਣਾ ਐਡੀਸ਼ਨਲ ਦਾ, ਤਾਂ ਤੁਸੀਂ ਉਦੋਂ ਉਹ ਐਗਜ਼ਾਮ ਦੇ ਕੇ ਕਲੀਅਰ ਕਰਕੇ ਰੱਖ ਲਓ। ਅਤੇ ਉਹਦੇ ਵਾਸਤੇ ਵੀ ਤੁਸੀਂ ਅਗਰ ਪ੍ਰੀਪੇਅਰ ਕਰਨਾ ਚਾਹੁੰਦੇ ਹੋ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਅਤੇ ਉਸ ਤੋਂ ਬਾਅਦ ਮੋਡ ਆਫ ਸਿਲੈਕਸ਼ਨ ਜੋ ਹੈ ਜੀ ਰਿਟਨ ਟੈਸਟ ਹੋਊਗਾ ਇੱਕ, ਉਹਦੇ ਅਕੋਰਡਿੰਗ ਹੀ ਸ਼ਾਰਟ ਲਿਸਟਿੰਗ ਕੀਤੀ ਜਾਊਗੀ। ਅਤੇ ਡਿਟੇਲਸ ਜੋ ਨੇ ਜੀ ਇਹ ਰਿਟਨ ਟੈਸਟ ਦੀਆਂ ਇਸ ਤਰ੍ਹਾਂ ਨੇ। ਸੋ ਹਰ ਪੋਸਟ ਦੀਆਂ ਜਿਹੜੀਆਂ ਲਾਈਕ ਉਹ ਹੋਊਗਾ ਪੇਪਰ ਪੈਟਰਨ ਉਹ ਅਲੱਗ-ਅਲੱਗ ਹੋਊਗਾ ਸਿਲੇਬਸ ਦੇ ਅਕੋਰਡਿੰਗ। ਇੰਗਲਿਸ਼, GK, ਮੈਂਟਲ ਐਪਟੀਟਿਊਡ, ਅਰਿਥਮੈਟਿਕ, ਅਕਾਊਂਟਸ, ਕੰਪਿਊਟਰ ਪ੍ਰੋਫੀਸ਼ੀਐਂਸੀ ਅਤੇ ਕੁਆਲੀਫਿਕੇਸ਼ਨ ਬੇਸਡ ਆਪਣਾ ਸਭ ਦਾ ਅਲੱਗ-ਅਲੱਗ ਹੋਊਗਾ। ਠੀਕ ਹੈ ਜੀ। ਸੋ ਜਿਵੇਂ ਅਕਾਊਂਟਸ ਵਾਲਿਆਂ ਦਾ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਇੰਗਲਿਸ਼ 10 ਨੰਬਰ ਦੀ, GK 15, ਮੈਂਟਲ ਐਪਟੀਟਿਊਡ 15 ਨੰਬਰ ਅਤੇ ਅਕਾਊਂਟਸ ਉਹਨਾਂ ਨੂੰ 50 ਮਾਰਕਸ ਦਾ ਹੋਊਗਾ। ਕੰਪਿਊਟਰ ਪ੍ਰੋਫੀਸ਼ੀਐਂਸੀ 10 ਮਾਰਕਸ ਦੀ ਅਤੇ ਕੁਆਲੀਫਿਕੇਸ਼ਨ ਬੇਸਡ ਉਹਨਾਂ ਨੂੰ ਇਹਦੇ ਵਿੱਚ ਕੁਛ ਵੀ ਨਹੀਂ ਆਉਣਾ, ਉਹ ਹੀ 50 ਅਕਾਊਂਟਸ ਦੇ ਵਿੱਚ ਕਾਊਂਟ ਹੋ ਜਾਊਗਾ। ਸੋ ਸਭ ਦੇ ਅਲੱਗ-ਅਲੱਗ ਪੈਟਰਨ ਨੇ ਤਾਂ ਡਿਟੇਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਇੱਕ ਚੀਜ਼ ਹੋਰ ਕਿ ਜਿਹੜਾ ਪੇਪਰ ਦਾ ਮੀਡੀਅਮ ਹੈ ਦੈਟ ਵਿਲ ਬੀ ਇੰਗਲਿਸ਼ ਓਨਲੀ, ਪੰਜਾਬੀ ਮੀਡੀਅਮ ਨਹੀਂ ਹੋਊਗਾ, ਸਿਰਫ ਡਰਾਈਵਰ ਦੀ ਪੋਸਟ ਵਾਸਤੇ ਹੋਊਗਾ। ਸੈਂਟਰ ਆਫ ਐਗਜ਼ਾਮੀਨੇਸ਼ਨ ਵਿਲ ਬੀ ਐਟ ਚੰਡੀਗੜ੍ਹ। ਸੋ ਇਹਦੇ ਵਿੱਚ ਜੋ ਹੈ ਨੈਗੇਟਿਵ ਮਾਰਕਿੰਗ ਵੀ ਹੈਗੀ ਹੈ 0.25 ਦੀ, ਅਤੇ 35% ਸ਼ੈਲ ਬੀ ਆਫ ਟੋਟਲ ਮਾਰਕਸ ਆਫ ਦਾ ਰਿਟਨ ਟੈਸਟ। ਮਿਨੀਮਮ ਕੁਆਲੀਫਾਈਂਗ ਮਾਰਕਸ ਨੇ ਇਹਦੇ ਵਿੱਚ ਹੋਣੇ ਜ਼ਰੂਰੀ ਹੈ। ਮੰਨ ਲਓ 100 ਨੰਬਰ ਦਾ ਪੇਪਰ ਹੈ ਤਾਂ ਤੁਹਾਡੇ 35 ਨੰਬਰ ਆਉਣੇ ਜ਼ਰੂਰੀ ਨੇ ਕੁਆਲੀਫਾਈ ਕਰਨ ਵਾਸਤੇ। ਫੀਸ ਦੀ ਅਗਰ ਗੱਲ ਕਰੀਏ ਤਾਂ ਜੀ ਜਨਰਲ ਕੈਟੇਗਰੀ ਫਰੀडम ਫਾਈਟਰ ਸਪੋਰਟਸ ਵਾਲਿਆਂ ਦੀ 1000 ਹੈ, ਬਾਕੀਆਂ ਦੀ 250, 200, 500 ਅਕੋਰਡਿੰਗ ਟੂ ਦੇਅਰ ਕੈਟੇਗਰੀਜ਼ ਹੈ। ਅਪਲਾਈ ਕਰਨ ਦੇ ਲਈ ਤੁਸੀਂ ਇੱਕ ਗਿਵਨ ਸਾਈਟ ਦੇ ਉੱਪਰ ਜਾ ਕੇ ਅਪਲਾਈ ਕਰ ਸਕਦੇ ਹੋ, ਅਤੇ ਹੋਰ ਜੋ ਵੀ ਤੁਹਾਨੂੰ ਇਹਦੇ ਬਾਰੇ ਡਿਟੇਲਸ ਚਾਹੀਦੀਆਂ ਨੇ ਇਹਨਾਂ ਦੀ ਸਾਈਟ ਦੇ ਉੱਤੇ ਗਿਵਨ ਨੇ। ਸੋ ਇਹਦੇ ਰਿਗਾਰਡਿੰਗ ਅਗਰ ਕੋਈ ਵੀ ਕੁਐਰੀਜ਼ ਹੈ, ਪ੍ਰੀਪਰੇਸ਼ਨ ਦੇ ਰਿਗਾਰਡਿੰਗ ਕੋਈ ਕੁਐਰੀ ਹੈ, ਪੰਜਾਬੀ ਐਡੀਸ਼ਨਲ ਦਾ ਐਗਜ਼ਾਮ ਦੇਣ ਦੇ ਰਿਗਾਰਡਿੰਗ ਕੁਐਰੀ ਹੈ, ਦੈਨ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਜਾਂ ਫਿਰ ਸਾਨੂੰ ਇੰਸਟਾਗ੍ਰਾਮ 'ਤੇ DM ਵੀ ਕਰ ਸਕਦੇ ਹੋ। ਸੋ ਬਾਕੀ ਤੁਸੀਂ ਚੈਨਲ ਦੇ ਨਾਲ ਜੁੜੇ ਰਹੋ, ਤੁਹਾਨੂੰ ਹੋਰ ਇੱਦਾਂ ਦੀਆਂ ਨੋਟੀਫਿਕੇਸ਼ਨਸ ਜੋ ਨੇ ਟਾਈਮ ਟੂ ਟਾਈਮ ਆਉਂਦੀਆਂ ਨੇ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਦੀ ਰਹੂੰਗੀ। ਇੰਸਟਾਗ੍ਰਾਮ 'ਤੇ ਵੀ ਸਾਨੂੰ ਜ਼ਰੂਰ ਫੋਲੋ ਕਰੋ। ਥੈਂਕ ਯੂ ਜੀ, ਥੈਂਕਸ ਫੋਰ ਵਾਚਿੰਗ।